क्लास +2 ਦੇ ਚੈਪਟਰ 4th ਡਿਟਰਮੀਨੈਂਟਸ ਦੇ ਟੌਪਿਕ ਬਾਰੇ ਡਿਸਕਸ ਕਰਾਂਗੇ। ਸਾਡਾ ਟੌਪਿਕ ਆ ਐਡਜੁਆਇੰਟ ਆਫ ਅ ਮੈਟ੍ਰਿਕਸ। ਕਿਸੇ ਮੈਟ੍ਰਿਕਸ ਦਾ ਅਸੀਂ ਐਡਜੁਆਇੰਟ ਕਿਵੇਂ ਫਾਈਂਡ ਆਊਟ ਕਰਨਾ ਉਹ ਅਸੀਂ ਇਸ ਵੀਡੀਓ 'ਚ ਡਿਸਕਸ ਕਰਾਂਗੇ। ਤਾਂ ਪਹਿਲਾਂ ਐਡਜੁਆਇੰਟ ਆਫ ਮੈਟ੍ਰਿਕਸ ਹੁੰਦਾ ਕੀ ਹੈ ਇਹ ਸਮਝਦੇ ਹਾਂ। ਐਡਜੁਆਇੰਟ ਆਫ ਮੈਟ੍ਰਿਕਸ ਕੀ ਆ, ਜੇਕਰ ਕਿਸੇ ਮੈਟ੍ਰਿਕਸ ਦੇ ਅਸੀਂ ਆਲ ਐਲੀਮੈਂਟਸ ਨੂੰ ਉਸ ਐਲੀਮੈਂਟਸ ਦੇ ਕੋਫੈਕਟਰ ਦੀ ਥਾਂ 'ਤੇ ਰਿਪਲੇਸ ਕਰ ਦਿੰਦੇ ਆ। ਓਕੇ, ਦੁਬਾਰਾ ਰਿਪੀਟ ਕਰਦਾ ਮੈਂ, ਜੇਕਰ ਕਿਸੇ ਮੈਟ੍ਰਿਕਸ ਦੇ ਐਲੀਮੈਂਟਸ ਨੂੰ ਉਸ ਐਲੀਮੈਂਟਸ ਦੇ ਕੋਫੈਕਟਰ ਦੀ ਥਾਂ 'ਤੇ ਰਿਪਲੇਸ ਕਰ ਦਿੰਦੇ ਆ, ਦੈਨ ਅਸੀਂ ਉਸਦਾ ਟਰਾਂਸਪੋਜ਼ ਲੈ ਦਿੰਦੇ ਹਾਂ, ਤਾਂ ਉਸਨੂੰ ਕੀ ਬੋਲਦੇ ਹਾਂ ਅਸੀਂ, ਐਡਜੁਆਇੰਟ ਆਫ ਅ ਮੈਟ੍ਰਿਕਸ। ਜਿਵੇਂ ਸਾਡੇ ਕੋਲ ਇੱਕ ਮੈਟ੍ਰਿਕਸ ਗਿਵਨ ਆ, ਇਸ ਦੀ ਐਲੀਮੈਂਟ ਗਿਵਨ ਆ A11 A12 A13 A21 A22 A23 A31 A32 A33। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਇਸ ਐਲੀਮੈਂਟਸ ਦੀ ਥਾਂ 'ਤੇ ਇਸ ਦੇ ਕੋਫੈਕਟਰ ਨੂੰ ਰਾਈਟ ਕਰ ਦੇਣਾ। A11 ਦਾ ਕੋਫੈਕਟਰ ਅਸੀਂ ਫਾਈਂਡ ਆਊਟ ਕਰ ਲਾਂਗੇ, ਸਪੋਜ਼ C11 ਵੀ ਲਿਖ ਸਕਦੇ ਹੋ ਤੁਸੀਂ, A11 ਵੀ ਲਿਖ ਸਕਦੇ ਹੋ। ਦੈਨ A12 ਦਾ A12 A13 A21 A22 A23 and A31 A32 and A33। ਓਕੇ, ਤੁਸੀਂ ਕੋਫੈਕਟਰ ਨੂੰ ਕੈਪੀਟਲ A ਦੇ ਨਾਲ ਵੀ ਡਿਨੋਟ ਕਰ ਸਕਦੇ ਹੋ ਜਾਂ C ਦੇ ਨਾਲ ਵੀ ਡਿਨੋਟ ਕਰ ਸਕਦੇ ਹੋ। ਓਕੇ, ਹੁਣ ਅਸੀਂ ਕੀ ਲਿਖ ਦੇਣਾ, ਇਹਦਾ ਟਰਾਂਸਪੋਜ਼। ਇਸ ਦਾ ਕੀ ਲੈ ਦੇਣਾ ਅਸੀਂ, ਟਰਾਂਸਪੋਜ਼। ਜਦੋਂ ਅਸੀਂ ਇਸ ਦਾ ਟਰਾਂਸਪੋਜ਼ ਲਵਾਂਗੇ, ਫਸਟ ਰੋ ਸਾਡੇ ਕੋਲ ਫਸਟ ਕਾਲਮ 'ਚ ਕਨਵਰਟ ਹੋਗੀ, ਇਹ ਰੋ ਉਹਦੇ 'ਚ ਕਨਵਰਟ ਹੋਗੀ, ਕਾਲਮ 'ਚ ਕਨਵਰਟ ਹੋਗੀ, ਐਂਡ ਸੈਕੰਡ ਰੋ ਸੈਕੰਡ ਕਾਲਮ 'ਚ ਕਨਵਰਟ ਹੋਗੀ, ਥਰਡ ਰੋ ਥਰਡ ਕਾਲਮ 'ਚ ਕਨਵਰਟ ਹੋਗੀ। ਅਤੇ ਇਹ ਸਾਡੇ ਕੋਲ ਐਡਜੁਆਇੰਟ ਆ ਗਿਆ ਕਿਸੇ ਮੈਟ੍ਰਿਕਸ ਦਾ। ਓਕੇ, ਤਾਂ ਮੈਂ ਦੁਬਾਰਾ ਦੱਸਦਾ, ਕਿਸੇ ਵੀ ਮੈਟ੍ਰਿਕਸ ਦੇ ਜਿਹੜੇ ਐਲੀਮੈਂਟਸ ਹੋਣਗੇ ਉਹਨਾਂ ਦਾ ਕੋਫੈਕਟਰ ਫਾਈਂਡ ਆਊਟ ਕਰਕੇ ਕੋਫੈਕਟਰ ਨੂੰ ਉਸ ਐਲੀਮੈਂਟ ਦੀ ਥਾਂ 'ਤੇ ਲਿਖ ਦੇਣਾ, ਦੈਨ ਉਸਦਾ ਕੀ ਫਾਈਂਡ ਆਊਟ ਕਰ ਦੇਣਾ, ਟਰਾਂਸਪੋਜ਼। ਤਾਂ ਤੁਹਾਡੇ ਕੋਲ ਕੀ ਆ ਜਾਊਗਾ, ਐਡਜੁਆਇੰਟ ਆਫ ਅ ਮੈਟ੍ਰਿਕਸ, ਜਾਂ ਅਸੀਂ ਇਹ ਲਿਖ ਦਿੰਦੇ ਹਾਂ। ਕਿਸੇ ਵੀ ਮੈਟ੍ਰਿਕਸ ਦੇ ਐਡਜੁਆਇੰਟ ਨੂੰ ਅਸੀਂ ਲਿਖਦੇ ਹਾਂ ADJ, ਬਰੈਕਟ ਦੇ ਵਿੱਚ ਉਸ ਮੈਟ੍ਰਿਕਸ ਨੂੰ ਲਿਖ ਦਿੰਦੇ ਹਾਂ ਜਾਂ ਡਾਟ ਪਾ ਕੇ ਮੈਟ੍ਰਿਕਸ ਦਾ ਨੇਮ ਲਿਖ ਦਿੰਦੇ ਹਾਂ। ਓਕੇ, ਦੈਨ ਅਸੀਂ ਐਗਜ਼ਾਮਪਲ ਦੇਖਦੇ ਹਾਂ। ਸਾਡੇ ਕੋਲ ਇੱਕ ਮੈਟ੍ਰਿਕਸ ਦਿੱਤੀ ਹੈ A, ਫਾਈਂਡ ਦਾ ਐਡਜੁਆਇੰਟ ਆਫ ਮੈਟ੍ਰਿਕਸ। ਇਸ ਦਾ ਕੀ ਫਾਈਂਡ ਆਊਟ ਕਰਨਾ, ਐਡਜੁਆਇੰਟ ਫਾਈਂਡ ਆਊਟ ਕਰਨਾ ਅਸੀਂ। ਓਕੇ, ਇਹ ਮੈਟ੍ਰਿਕਸ ਦੇ ਐਲੀਮੈਂਟ ਗਿਵਨ ਨੇ, ਸਭ ਤੋਂ ਪਹਿਲਾਂ ਅਸੀਂ ਇਸ ਦਾ ਕੀ ਫਾਈਂਡ ਆਊਟ ਕਰਾਂਗੇ, ਹਰੇਕ ਐਲੀਮੈਂਟ ਦੇ ਕੋਫੈਕਟਰਸ ਫਾਈਂਡ ਆਊਟ ਕਰਾਂਗੇ। ਤਾਂ ਕੋਫੈਕਟਰ ਅਸੀਂ ਲਾਸਟ ਵੀਡੀਓ ਵਿੱਚ ਸਿੱਖਿਆ ਸੀ ਕਿਵੇਂ ਫਾਈਂਡ ਆਊਟ ਕਰਨਾ। ਸਪੋਜ਼ ਮੈਂ 1 ਦੇ ਅਕੋਰਡਿੰਗ ਕੋਫੈਕਟਰ ਫਾਈਂਡ ਆਊਟ ਕਰ ਰਿਹਾ, ਤਾਂ ਮੈਂ ਲਿਖੂੰਗਾ ਇੱਥੇ ਕੋਫੈਕਟਰ ਆਫ A11 ਇਜ਼ ਇਕੁਅਲ ਟੂ C11। ਕਿਵੇਂ ਫਾਈਂਡ ਆਊਟ ਕਰਨਾ, ਅਸੀਂ ਇਸ ਰੋ ਤੇ ਇਸ ਕਾਲਮ ਦਾ ਕੋਈ ਐਲੀਮੈਂਟ ਨਹੀਂ ਇਨਕਲੂਡ ਕਰਨਾ, ਰਿਮੇਨਿੰਗ ਐਲੀਮੈਂਟਸ ਦਾ ਕੀ ਫਾਈਂਡ ਆਊਟ ਕਰ ਦੇਣਾ, ਡਿਟਰਮੀਨੈਂਟ। ਮੈਂ ਇੱਥੇ ਡਿਟਰਮੀਨੈਂਟ ਫਾਈਂਡ ਆਊਟ ਕਰਤਾ ਬਿਕੋਜ਼ ਇਹ ਤੁਸੀਂ ਆਲਰੇਡੀ ਸਿੱਖ ਚੁੱਕੇ ਹੋ। ਓਕੇ, ਇਸ ਦਾ ਕੋਫੈਕਟਰ A11 ਦਾ ਕੋਫੈਕਟਰ ਆ ਗਿਆ 4। ਦੈਨ ਸੈਕੰਡ ਐਲੀਮੈਂਟ 1 2 ਦੇ ਅਕੋਰਡਿੰਗ ਕੋਫੈਕਟਰ ਕੀ ਆ ਜੂ, ਇਸ ਰੋ ਤੇ ਇਸ ਕਾਲਮ ਦਾ ਕੋਈ ਐਲੀਮੈਂਟ ਇਨਕਲੂਡ ਨਹੀਂ ਕਰਨਾ ਅਸੀਂ, ਰਿਮੇਨਿੰਗ ਐਲੀਮੈਂਟਸ ਦਾ ਡਿਟਰਮੀਨੈਂਟ ਕਿੰਨਾ ਜੂ, -2। ਸਿਮਿਲਰ ਫਿਰ ਅਸੀਂ 3 ਦੇ ਅਕੋਰਡਿੰਗ ਫਾਈਂਡ ਆਊਟ ਕਰਾਂਗੇ, ਇਸ ਕਾਲਮ ਤੇ ਇਸ ਰੋ ਦਾ ਕੋਈ ਐਲੀਮੈਂਟ ਨਹੀਂ, ਇਹ ਰਿਮੇਨਿੰਗ ਐਲੀਮੈਂਟਸ ਦਾ ਡਿਟਰਮੀਨੈਂਟ ਵਿਚ ਇਜ਼ -2। ਓਕੇ, ਤਾਂ ਇਸ ਤਰੀਕੇ ਦੇ ਨਾਲ ਅਸੀਂ ਫਿਰ ਨੈਕਸਟ ਸਾਡੇ ਕੋਲ ਇਸ ਨੰਬਰ ਦੇ ਅਕੋਰਡਿੰਗ ਇਸ ਰੋ ਤੇ ਇਸ ਕਾਲਮ ਦਾ ਕੋਈ ਐਲੀਮੈਂਟ ਨਹੀਂ ਲਿਖਣਾ। ਦੈਨ ਇਹ ਜਿਹੜੇ ਰਿਮੇਨਿੰਗ ਐਲੀਮੈਂਟਸ ਨੇ ਇਹਨਾਂ ਦਾ ਕੀ ਫਾਈਂਡ ਆਊਟ ਕਰ ਦਾਂਗੇ, ਡਿਟਰਮੀਨੈਂਟ। ਇਸ ਤਰੀਕੇ ਨਾਲ ਤੁਸੀਂ 1 ਬਾਏ 1 ਹਰੇਕ ਐਲੀਮੈਂਟ ਦਾ ਕੋਫੈਕਟਰ ਫਾਈਂਡ ਆਊਟ ਕਰ ਲੈਣਾ। ਨੈਕਸਟ ਤੁਸੀਂ ਇਸ ਦਾ ਫਾਈਂਡ ਆਊਟ ਕਰੋਗੇ, ਫਿਰ ਇਸ ਦਾ ਕੋਫੈਕਟਰ, ਫਿਰ ਇਸ ਦੇ ਅਕੋਰਡਿੰਗ ਕੋਫੈਕਟਰ, ਫਿਰ ਇਸ ਦੇ ਅਕੋਰਡਿੰਗ ਕੋਫੈਕਟਰ, ਮੀਨਸ ਇਸ ਰੋ ਤੇ ਇਸ ਕਾਲਮ ਦਾ ਕੋਈ ਐਲੀਮੈਂਟ ਨਹੀਂ, ਇਹ ਰਿਮੇਨਿੰਗ ਐਲੀਮੈਂਟ ਲਿਖਾਂਗੇ ਅਸੀਂ, ਉਹਨਾਂ ਦਾ ਡਿਟਰਮੀਨੈਂਟ ਫਾਈਂਡ ਆਊਟ ਕਰ ਦਾਂਗੇ, ਤੁਹਾਡੇ ਕੋਲ ਕੋਫੈਕਟਰ ਆ ਜਾਊਗਾ। ਓਕੇ, ਫਿਰ ਇਸ ਐਲੀਮੈਂਟ ਦੇ ਅਕੋਰਡਿੰਗ ਅੰਡਰਸਟੈਂਡ। ਇੱਥੇ ਵੀ ਗੱਲ ਧਿਆਨ 'ਚ ਰੱਖਣੀ ਆ, ਜਿਵੇਂ ਇੱਥੇ ਆਪਣੇ ਕੋਲ ਸੀਗਾ 1 2 ਦੇ ਅਕੋਰਡਿੰਗ ਅਸੀਂ ਇਹ ਵੀ ਦੇਖਣਾ ਹੁੰਦਾ ਵੀ ਅੱਗੇ ਸਾਈਨ ਕਦ ਆਊਗਾ, ਤਾਂ ਅਸੀਂ ਲਿਖਦੇ ਹਾਂ -1 ਰੇਜ਼ ਟੂ ਪਾਵਰ 1 + 2। ਇਹ ਕਿਉਂ ਲਿਖਦੇ ਹਾਂ, ਕਿਉਂਕਿ ਇਹ ਕੀ ਹੁੰਦਾ, IJ ਨੂੰ ਅਸੀਂ ਕੀ ਲਿਖਦੇ ਹਾਂ, -1 ਰੇਜ਼ ਟੂ ਪਾਵਰ I + J। ਇਹਦੇ ਅਕੋਰਡਿੰਗ ਕੀ ਆ ਜੂ, -1 ਰੇਜ਼ ਟੂ ਪਾਵਰ 3, ਤਾਂ ਮਾਈਨਸ ਦਾ ਸਾਈਨ। ਇਹ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ, ਚਾਹੇ ਤਾਂ ਤੁਸੀਂ 1 ਬਾਏ 1 ਇਸ ਤਰੀਕੇ ਨਾਲ ਚੈੱਕ ਕਰੀ ਚੱਲੋ, ਜਾਂ ਤੁਹਾਨੂੰ ਦੱਸਦਾ ਸੀ ਕਿ ਸਾਈਨ ਲਿਖ ਲਓ ਪਲੱਸ ਮਾਈਨਸ ਪਲੱਸ ਮਾਈਨਸ ਪਲੱਸ ਮਾਈਨਸ ਪਲੱਸ ਮਾਈਨਸ ਪਲੱਸ। ਇਹ ਇੱਥੇ ਜਿਹੜੇ ਇਸ ਪਲੇਸ ਦੇ ਉੱਤੇ ਸਿੰਬਲਸ ਹੋਣਗੇ, ਐਲੀਮੈਂਟਸ ਹੋਣਗੇ, ਇੱਥੇ ਪਲੱਸ ਦੇ ਸਾਈਨ, ਅਤੇ 4 ਪਲੇਸਿਸ ਦੇ ਉੱਤੇ ਜਿਹੜੇ ਐਲੀਮੈਂਟ ਹੋਣਗੇ ਉਹਨਾਂ ਦੇ ਅੱਗੇ ਮਾਈਨਸ ਦਾ ਸਾਈਨ। ਇਸ ਦਾ ਤੁਹਾਨੂੰ ਮੈਂ ਹੋਰ ਵੀ ਸੌਖਾ ਤਰੀਕਾ ਦੱਸਦਾ ਸੀ ਕਿ ਤੁਸੀਂ ਇੱਕ ਇਸ ਤਰੀਕੇ ਨਾਲ ਪਲੱਸ ਦੇ ਸਾਈਨ 'ਤੇ ਮਾਈਨਸ 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 ਮਾਈਨਸ, ਇੱਥੇ ਮਾਈਨਸ ਦੇ ਸਾਈਨ ਹੋਣਗੇ। ਹੁਣ ਅਸੀਂ ਇਹ ਚੀਜ਼ ਤਾਂ ਸਿੱਖ ਲਈ ਵੀ ਕਿ ਅਸੀਂ ਇਸ ਦਾ ਕਿਵੇਂ ਸਾਈਨ ਲਿਖਣੇ ਆ। ਹੁਣ ਅਸੀਂ ਕੋਫੈਕਟਰਸ ਨੂੰ ਲਿਖ ਲਿਆ ਇੱਥੇ, ਠੀਕ ਆ। ਕੋਫੈਕਟਰ C11 ਨੂੰ ਲਿਖ ਲਿਆ 4, C12 ਨੂੰ ਲਿਖ ਲਿਆ -2, C13 ਨੂੰ ਲਿਖ ਲਿਆ, ਇਹ ਸਾਰੇ ਲਿਖ ਲਏ।
ਅਸੀਂ ਕੀ ਫਾਈਂਡ ਆਊਟ ਕਰਨਾ, ਐਡਜੁਆਇੰਟ ਏ। ਮੈਂ ਤੁਹਾਨੂੰ ਦੱਸਿਆ ਸੀ ਐਡਜੁਆਇੰਟ ਏ ਕੀ ਆ, ਪਹਿਲਾਂ ਐਲੀਮੈਂਟਸ ਨੂੰ ਕੋਫੈਕਟਰ ਦੀ ਥਾਂ ਤੇ ਰਿਪਲੇਸ ਕਰ ਦੇਣਾ, ਦੈਨ ਉਸਦਾ ਕੀ ਲਿਖਣਾ, ਟਰਾਂਸਪੋਜ਼। ਤਾਂ ਹੁਣ ਅਸੀਂ ਇਸ ਮੈਟ੍ਰਿਕਸ ਦਾ ਕੀ ਲਵਾਂਗੇ, ਟਰਾਂਸਪੋਜ਼। ਇਸ ਮੈਟ੍ਰਿਕਸ ਦਾ ਕੀ ਲੈਣੇ ਅਸੀਂ, ਟਰਾਂਸਪੋਜ਼। ਟਰਾਂਸਪੋਜ਼ ਕੀ ਸੀ, ਫਸਟ ਰੋ ਕਾਹਦੇ 'ਚ ਕਨਵਰਟ ਹੋ ਗਈ, ਫਸਟ ਕਾਲਮ 'ਚ, ਸੈਕੰਡ ਰੋ ਕਾਹਦੇ 'ਚ ਕਨਵਰਟ ਹੋ ਗਈ, ਸੈਕੰਡ ਕਾਲਮ 'ਚ, ਥਰਡ ਰੋ ਕਾਹਦੇ 'ਚ ਕਨਵਰਟ ਹੋ ਗਈ, ਥਰਡ ਕਾਲਮ 'ਚ। ਇਸ ਤਰੀਕੇ ਨਾਲ ਇਸ ਮੈਟ੍ਰਿਕਸ A ਮੈਟ੍ਰਿਕਸ ਦਾ ਐਡਜੁਆਇੰਟ A ਸਾਡੇ ਕੋਲ ਆ ਗਿਆ, ਇਹ ਮੈਟ੍ਰਿਕਸ। ਓਕੇ, ਅੰਡਰਸਟੈਂਡ। ਨਾਓ ਅਸੀਂ ਸੈਕੰਡ ਐਗਜ਼ਾਮਪਲ ਡਿਸਕਸ ਕਰਦੇ ਹਾਂ। ਸਾਡੇ ਕੋਲ ਇੱਕ ਹੋਰ ਐਗਜ਼ਾਮਪਲ ਆ, A ਮੈਟ੍ਰਿਕਸ ਗਿਵਨ ਆ, ਐਡਜੁਆਇੰਟ A ਫਾਈਂਡ ਆਊਟ ਕਰਨਾ। ਇਸ ਦੇ ਵਿੱਚ ਮੈਂ ਸਟੈਪ ਹੋਰ ਵੀ ਇਨਕਲੂਡ ਕਰਤੇ। ਤਾਂ ਅਸੀਂ ਪਹਿਲਾਂ ਕੀ ਕਰਦੇ ਹਾਂ, ਫਸਟ ਐਲੀਮੈਂਟ ਦੇ ਅਕੋਰਡਿੰਗ, ਫਸਟ ਐਲੀਮੈਂਟ 1 ਦੇ ਅਕੋਰਡਿੰਗ ਅਸੀਂ ਇਸ ਦਾ ਕੋਫੈਕਟਰ ਫਾਈਂਡ ਆਊਟ ਕਰਦੇ ਹਾਂ। ਠੀਕ ਆ, ਤਾਂ ਕੋਫੈਕਟਰ ਆਫ 1 ਮੀਨਸ A11, ਕੋਫੈਕਟਰ ਆਫ A11, ਤਾਂ ਇਸ ਨੂੰ ਕੈਪੀਟਲ A ਦੇ ਨਾਲ ਡਿਨੋਟ ਕਰ ਲਿਆ ਇੱਥੇ। ਤਾਂ ਦੇਖੋ ਹੁਣ ਅਸੀਂ ਇਸ ਐਲੀਮੈਂਟ ਦਾ ਕੋਫੈਕਟਰ ਫਾਈਂਡ ਆਊਟ ਕਰ ਰਹੇ ਹਾਂ, ਤਾਂ ਇਸ ਰੋ ਤੇ ਇਸ ਕਾਲਮ ਦਾ ਕੋਈ ਐਲੀਮੈਂਟ ਇਨਕਲੂਡ ਨਹੀਂ ਕਰਨਾ, ਇਹ ਰਿਮੇਨਿੰਗ ਜਿਹੜੇ ਐਲੀਮੈਂਟ ਨੇ ਇਹਨਾਂ ਦਾ ਡਿਟਰਮੀਨੈਂਟ ਫਾਈਂਡ ਆਊਟ ਕਰਦੇ ਹਾਂ। ਤਾਂ ਅਸੀਂ ਲਿਖ ਲਿਆ ਇੱਥੇ 3 ਨੂੰ 4 ਨਾਲ ਮਲਟੀਪਲਾਈ ਕੀਤਾ 12, 3 ਨੂੰ 2 ਨਾਲ ਮਲਟੀਪਲਾਈ ਕੀਤਾ 6, 12 ਮਾਈਨਸ 6 6 ਆ ਗਿਆ। ਓਕੇ, ਨਾਓ ਨੈਕਸਟ ਐਲੀਮੈਂਟ ਵਿਚ ਇਜ਼ 2, ਇਟ ਮੀਨਸ 1 2, 1 2 ਦਾ ਕੋਫੈਕਟਰ ਕੀ ਆਊਗਾ, ਇਸ ਰੋ ਤੇ ਇਸ ਕਾਲਮ ਦਾ ਕੋਈ ਐਲੀਮੈਂਟ ਇਨਕਲੂਡ ਨਹੀਂ ਕਰਨਾ ਅਸੀਂ, ਰਿਮੇਨਿੰਗ 2 3 ਐਂਡ 2 4 ਇਹਨਾਂ ਦਾ ਅਸੀਂ ਡਿਟਰਮੀਨੈਂਟ ਕੀਤਾ। 2 into 4 8 ਮਾਈਨਸ ਦਾ ਸਾਈਨ, 3 into 2 6, 8 ਮਾਈਨਸ 6 2। ਹੁਣ ਦੇਖੋ ਐਲੀਮੈਂਟ ਕੀ ਹੈ, ਇਹ 1 2 ਆ ਨਾ, 1 2 ਆ, ਇਸ ਦੇ ਅਕੋਰਡਿੰਗ -1 ਰੇਜ਼ ਟੂ ਪਾਵਰ 1 + 2, ਤਾਂ ਕਿੰਨਾ ਹੋ ਗਿਆ -1 ਰੇਜ਼ ਟੂ ਪਾਵਰ 3, ਤਾਂ ਇਹ ਕਿੰਨਾ ਹੋ ਜੂ -1। ਤਾਂ ਅਸੀਂ ਇਸ ਦੇ ਅੱਗੇ ਸਾਈਨ ਕਾਹਦਾ ਲਾਤਾ, ਮਾਈਨਸ ਦਾ ਸਾਈਨ ਲਾਤਾ, ਤਾਂ -2। ਓਕੇ, ਸਿਮਿਲਰ ਹੁਣ ਥਰਡ ਐਲੀਮੈਂਟ ਦੀ ਗੱਲ ਕਰਦੇ ਹਾਂ। 3 ਦੇ ਅਕੋਰਡਿੰਗ ਮੀਨਸ 1 3 ਦੇ ਆ ਕੋਫੈਕਟਰ, 1 3 ਦਾ ਕੋਫੈਕਟਰ ਕੀ ਆ ਜਾਊਗਾ, ਇਸ ਕਾਲਮ ਤੇ ਇਸ ਰੋ ਦਾ ਕੋਈ ਐਲੀਮੈਂਟ ਨਹੀਂ ਇਨਕਲੂਡ ਕਰਨਾ, ਜਿਹੜੇ ਰਿਮੇਨਿੰਗ ਐਲੀਮੈਂਟਸ ਨੇ ਇਹਨਾਂ ਦਾ ਅਸੀਂ ਕੀ ਫਾਈਂਡ ਆਊਟ ਕਰ ਲਾਂਗੇ, ਡਿਟਰਮੀਨੈਂਟ ਫਾਈਂਡ ਆਊਟ ਕਰਾਂਗੇ। 3 ਨੂੰ 2 ਨਾਲ ਮਲਟੀਪਲਾਈ ਕੀਤਾ 6, ਮਾਈਨਸ ਦਾ ਸਾਈਨ, 3 3 ਦਾ 9, 6 ਮਾਈਨਸ 9 ਵਿਚ ਇਜ਼ -3। ਓਕੇ, ਨਾਓ ਨੈਕਸਟ ਵਨ ਵਿਚ ਇਜ਼ 2 1, A21, ਇਸ ਦਾ ਕੋਫੈਕਟਰ ਕੀ ਆ ਜੂ, ਇਸ ਰੋ ਇਸ ਕਾਲਮ ਤੇ ਇਸ ਰੋ ਦਾ ਕੋਈ ਐਲੀਮੈਂਟ ਇਨਕਲੂਡ ਨਹੀਂ ਕਰਨਾ, ਇਹ ਰਿਮੇਨਿੰਗ ਐਲੀਮੈਂਟ ਦਾ ਡਿਟਰਮੀਨੈਂਟ 2 3 ਐਂਡ 3 4। ਓਕੇ, ਤਾਂ 2 1 ਤੁਸੀਂ ਦੇਖੋ ਪੋਜੀਸ਼ਨ ਵੀ ਯਾਦ ਰੱਖ ਸਕਦੇ ਹੋ ਵੀ ਇੱਥੇ ਪੋਜੀਸ਼ਨ ਆ ਗਈ, ਇਸ ਕਰਕੇ ਇਸਦਾ ਸਾਈਨ ਮਾਈਨਸ ਦਾ ਆਊਗਾ। ਓਕੇ, ਜਾਂ ਤੁਸੀਂ ਕੀ ਕਰ ਸਕਦੇ ਹੋ, -1 ਰੇਜ਼ ਟੂ ਪਾਵਰ 2 + 1, ਇਹ ਇੱਥੇ ਵੀ ਚੈੱਕ ਕਰ ਸਕਦੇ ਸੀ ਤੁਸੀਂ, -1 1 + 3 ਲਿਖੋਗੇ ਨਾ, ਇੱਥੇ -1 ਦੀ ਪਾਵਰ 4 ਆ ਜੂ, ਤਾਂ ਕਰਕੇ ਪੋਜ਼ੀਟਿਵ, ਤਾਂ ਇੱਥੇ ਕੀ ਆ ਜੂਗੀ -3 -1 ਦੀ ਪਾਵਰ 3, ਇਟ ਮੀਨਸ -1। ਤਾਂ ਇਸ ਦਾ ਡਿਟਰਮੀਨੈਂਟ ਸੋਲਵ ਕਰਕੇ ਸਾਡੇ ਕੋਲ ਕਿੰਨਾ ਆ ਗਿਆ, ਓਨਲੀ 1। ਓਕੇ, ਨੈਕਸਟ ਹੈ ਸਾਡੇ ਕੋਲ A22 ਦਾ ਕੋਫੈਕਟਰ। ਇਹਦਾ ਕੋਫੈਕਟਰ ਕੀ ਆ, ਇਸ ਦੇ ਅਕੋਰਡਿੰਗ ਇਸ ਕਾਲਮ ਤੇ ਇਸ ਰੋ ਦਾ ਕੋਈ ਐਲੀਮੈਂਟ ਇਨਕਲੂਡ ਨਹੀਂ ਕਰਨਾ, ਰਿਮੇਨਿੰਗ ਇਹ 4 ਐਲੀਮੈਂਟ, ਇਹ ਅਸੀਂ ਲਿਖ ਲਾਂਗੇ। ਇਹਨਾਂ ਦਾ ਕੀ ਫਾਈਂਡ ਆਊਟ ਕਰ ਲਾਂਗੇ, ਡਿਟਰਮੀਨੈਂਟ ਫਾਈਂਡ ਆਊਟ ਕਰ ਲਾਂਗੇ। ਡਿਟਰਮੀਨੈਂਟ ਫਾਈਂਡ ਆਊਟ ਕੀਤਾ 4 - 1, 4 into 1 4, -3 into 3 9, 4 - 9 ਵਿਚ ਇਜ਼ -5। ਓਕੇ, ਤਾਂ ਤੁਸੀਂ ਚਾਹੇ ਇੱਥੇ ਇਹਨਾਂ ਨੂੰ ਐਡ ਕਰਕੇ ਦੇਖੋ, 2 + 2 4, ਇਟ ਮੀਨਸ -1 ਦੀ ਪਾਵਰ 4 ਆਊਗਾ, ਤਾਂ ਪੋਜ਼ੀਟਿਵ ਆ ਗਿਆ, ਇਟ ਮੀਨਸ ਇੱਥੇ ਕੋਈ ਸਾਈਨ ਲਿਖਣ ਦੀ ਲੋੜ ਨਹੀਂ। ਨੈਕਸਟ ਦੇਖਦੇ ਹਾਂ ਅਸੀਂ A23 ਦੇ ਅਕੋਰਡਿੰਗ, ਜਦੋਂ 2 3 ਨੂੰ ਐਡ ਕਰੋਗੇ 5 -1 ਦੀ ਪਾਵਰ 5 -1 ਆਊਗਾ, ਇਟ ਮੀਨਸ ਮਾਈਨਸ ਦਾ ਸਾਈਨ ਲਿਖ ਲਾਂਗੇ। A23 ਦੇ ਅਕੋਰਡਿੰਗ ਇਸ ਰੋ ਤੇ ਇਸ ਕਾਲਮ ਦਾ ਕੋਈ ਐਲੀਮੈਂਟ ਨਹੀਂ ਲਿਖਣਾ, ਰਿਮੇਨਿੰਗ ਐਲੀਮੈਂਟ ਲਿਖਾਂਗੇ, ਉਹਨਾਂ ਦਾ ਡਿਟਰਮੀਨੈਂਟ ਕਰ ਲਾਂਗੇ, ਉਸ ਦੇ ਅੱਗੇ ਸਾਈਨ ਲੱਗ ਜਾਊਗਾ ਮਾਈਨਸ ਦਾ। ਓਕੇ, ਇਸ ਤਰੀਕੇ ਨਾਲ ਅਸੀਂ R3 ਦੇ ਹਰੇਕ ਐਲੀਮੈਂਟ ਦਾ ਕੋਫੈਕਟਰ ਫਾਈਂਡ ਆਊਟ ਕਰ ਲਾਂਗੇ। ਇਹ ਅਸੀਂ ਫਾਈਂਡ ਆਊਟ ਕੀਤਾ, ਤੁਸੀਂ ਆਪ ਸੋਲਵ ਕਰਕੇ ਦੇਖ ਲਿਓ। ਓਕੇ, ਦੈਨ ਮੈਂ ਲਿਖ ਲਈ ਕੋਫੈਕਟਰ ਮੈਟ੍ਰਿਕਸ ਮੀਨਸ ਇੱਥੇ ਮੈਂ ਕੀ ਲਿਖਿਆ, C11 C12 C13 C21 C22 C23 C31 C32 C33। ਤੁਸੀਂ ਇਸ ਨੂੰ ਇਹ ਵੀ ਲਿਖ ਸਕਦੇ ਸੀ, ਅਸੀਂ ਇੱਥੇ ਕੀ ਲਿਖਿਆ, A11 A12 A13 ਐਂਡ A21 A22 A23 A31 A31 A32 A33, ਇਹ ਅਸੀਂ ਐਲੀਮੈਂਟ ਲਿਖ ਲਏ। ਓਕੇ, ਤਾਂ ਅਸੀਂ ਇਹਨਾਂ ਦੀ ਵੈਲਿਊਜ਼ ਪੁੱਟ ਕਰਤੀ। A11 ਸਾਡੇ ਕੋਲ 6 ਆਇਆ ਸੀ, A12 ਸਾਡੇ ਕੋਲ -2 ਆਇਆ ਸੀ, A13 -3। ਓਕੇ, ਤਾਂ ਅਸੀਂ ਵੈਲਿਊਜ਼ ਪੁੱਟ ਕਰਤੀ ਹੈ। ਤੁਹਾਡੇ ਕੋਲ ਕਿਹੜੀ ਮੈਟ੍ਰਿਕਸ ਹੈਗੀ, ਇੱਕ ਕੋਫੈਕਟਰ ਮੈਟ੍ਰਿਕਸ ਹੈਗੀ, ਬਟ ਅਸੀਂ ਕੀ ਫਾਈਂਡ ਆਊਟ ਕਰਨਾ, ਐਡਜੁਆਇੰਟ ਏ। ਐਡਜੁਆਇੰਟ ਏ ਕੀ ਸੀਗਾ, ਐਡਜੁਆਇੰਟ ਏ ਕੀ ਇਕੁਅਲ ਸੀ, C11 C12 C13 C21 C22 C23 C31 C32 C33 ਦਾ
ट्रांसपोज। ओके, ट्रांसपोज मीनस जी साढ़े को मैट्रिक्स आ गई इसका असीं की कर देंगे ट्रांसपोज। तो इसका ट्रांसपोज किया तो फस्ट रो फस्ट कॉलम चेंज होगी, सैकेंड रो सैकेंड कॉलम कन्वर्ट होगी, थर्ड रो थर्ड कॉलम कन्वर्ट होगी, तो तुहाडे कोल एडजॉइंट ए आ गया मैट्रिक्स। ओके, अंडरस्टैंड। नैक्सट असीं एक होर मैट्रिक्स लिखी आ, फाइंड द एडजॉइंट ए, इसका भी एडजॉइंट ए फाइंड आउट करना। ਜਿਹੜੀਆਂ ਅਸੀਂ ਪਹਿਲਾਂ ਮੈट्रिक्स डिस्कस ਕੀਤੀਆਂ ਸੀ ਉਹ 3x3 ਦੀਆਂ ਸੀ, ਇਹ ਮੈट्रिक्स ਸਾਡੇ ਕੋਲ 2x2 ਦੀ ਆ। ਓਕੇ, ਤਾਂ ਇਸ ਦਾ ਅਸੀਂ फाइंड आउट करते हैं एडजॉइंट ए। तो सब तो पहला तो ਅਸੀਂ फाइंड आउट करांगे कोफैक्टर A11 ਦੇ अकॉर्डिंग कोफैक्टर, इसका कोफैक्टर की आजू इस रो तो इस कॉलम का कोई एलीमेंट नहीं लिखना, रिमेनिंग का डिटरमिनेंट कला 4 आ, 4 का डिटरमिनेंट की आऊगा ओनली 4, तो करके असीं की लिखता 4। फिर 1 2 के अकॉर्डिंग इस रो तो इस कॉलम का कोई एलीमेंट नहीं, ओनली 1 आ, 1 का डिटरमिनेंट 1, बट ये एलीमेंट किहड़ा सी A12 सी, A12 के अकॉर्डिंग -1 रेज़ टू पावर 1 + 2, इट मीनस का साइन है जो माइनस का, तो -1। नैक्सट साढ़े को ये 1 इस दे अकॉर्डिंग इस रो तो इस कॉलम का कोई एलीमेंट नहीं लिखना, ओनली इस एलीमेंट का डिटरमिनेंट कितना आ गया 3, एलीमेंट 2 1 आ, -1 की पावर 2 + 1 3, इट मीनस माइनस का साइन आ गया। सिमिलर सैकेंड एलीमेंट लिखता, तो इसका एडजॉइंट ए की आऊगा, इसका एडजॉइंट ए असीं लिखांगे, एडजॉइंट ए की होगा A11 A12 A21 A22 द ट्रांसपोज। ओके, तो सब तो पहला असीं A11 एलीमेंट लिखते हैं विच इज़ 4 एंड विच इज़ -1 एंड 21 इज़ -3 एंड 22 इज़ 2। ओके, इसका ट्रांसपोज लै देंगे, इसका ट्रांसपोज किया जाऊगा साढ़े कोल 4 -1 -3 2, ये साढ़े कोल की आ गया एडजॉइंट आ गया मैट्रिक्स ए। ओके, इस तरीके नाल असीं 2x2 मैट्रिक्स का एडजॉइंट फाइंड आउट कर सकते हैं। साढ़े कोल एक इत्थे शॉर्ट ट्रिक भी आ, असीं आसान तरीके दे नाल भी किसी मैट्रिक्स का डिटरमिनेंट फाइंड आउट कर सकते हैं। उस दे लई की आ, ਜਿਹੜੇ ਤੁਹਾਡੇ ਕੋਲ ਇਸ ਡਾਇਗਨਲ ਐਲੀਮੈਂਟਸ ਨੇ ਇਹਨਾਂ ਨੂੰ ਤੁਸੀਂ ਜਸਟ ਇੰਟਰਚੇਂਜ ਕਰ ਦੇਣਾ। ਇੰਟਰਚੇਂਜ ਮੀਨਸ ਸਾਡੇ ਕੋਲ ਜਿਹੜੀ ਇੱਥੇ ਮੈਟ੍ਰਿਕਸ ਸੀ ਉਹ ਕੀ ਸੀ 2 4, ਇਹ ਕੀ ਸੀ ਸਾਡੇ ਕੋਲ 3 1, ਅਸੀਂ ਇਹਨਾਂ ਨੂੰ ਤਾਂ ਜਸਟ ਇੰਟਰਚੇਂਜ ਕੀਤਾ, 2 ਦੀ प्लेस से 4 लिखता एंड 4 की प्लेस से 2 लिखता, इंटरचेंज करके साढ़े को तो सॉल्व हो गया। ओके, दैन साढ़े को जोड़ा ए वाले एलीमेंट्स सिर्फ साइन चेंज कर देना, की कर देना उन्होंने साइन चेंज कर देना। जिमें इतने साढ़े को +3 से असीं -3 लिखते। ओके, A+3 से भी कद लिखते -1 लिखते, साढ़े को 1 से एक लिखता -1 लिखता। ओके, तो इस तरीके दे नाल असीं किसी भी मैट्रिक्स का एडजॉइंट फाइंड आउट कर सकते हैं। अंडरस्टैंड। नाउ असीं होर एग्जाम्पल लईए एक, फाइंड द एडजॉइंट ऑफ अ मैट्रिक्स। 2 क्वेश्चन ने साडे कोल, तां इत्थे मैट्रिक्स का सिंबल यूज़ कर लो। ओके, तो असीं सॉल्व करते हैं। पहला फस्ट देखते हैं सम, लैट कर लांगे सब तो पहला, लैट ए मैट्रिक्स इज इक्वल टू 1 3 2 4। ओके, तो असीं एडजॉइंट फाइंड आउट करने के लिए पहला को फैक्टर फाइंड आउट करांगे। A11 की है को फैक्टर ऑफ A11। ओके, तुसीं C1 भी लिख सकते हो, वो भी सही नहीं। ओके, इस दे अकॉर्डिंग 4 आजू। फिर A12 की है, देखो इतने 1 2 आ गया ना, इट मीनस माइनस का साइन तो असीं लिखना ही आ। इस रो तो इस कॉलम का कोई एलीमेंट नहीं, ओनली 3 लिख लांगे, कितना जो -3। दैन 2 1 के अकॉर्डिंग इस 3 के अकॉर्डिंग इस रो तो इस कॉलम का कोई एलीमेंट नहीं, ओनली 2 2 + 1 3 होगा, -1 की पावर 3 -1, इट मीनस -2 एंड A22 कितना जो तुहाडे कोल इस रो तो इस कॉलम का कोई एलीमेंट नहीं, ओनली 1 राइट कर देंगे। दैन एडजॉइंट ऑफ मैट्रिक्स ए इज इक्वल टू, पहला असीं की लिख लांगे A11 A12 A21 A22 द ट्रांसपोज। A11 की है तुहाडे कोल 4 आ, ये -3 आ, यह 2 आ, -2, यह 1, इसका ट्रांसपोज। इसका ट्रांसपोज किया जाऊगा 4 -3 -2 1, ये तुहाडे कोल की आ गया आंसर आ गया इस मैट्रिक्स का। अंडरस्टैंड। सिमिलर तुसीं इस मैट्रिक्स नूं भी सॉल्व कर सकते सी सैकंड नूं, तो उस दे लई असीं लैट कर लैने आ, लैट ए मैट्रिक्स बी की आ 1 2 2 1 3 0 2 5 1, ये साढ़े को इसके एलीमेंट हो गए। असीं सब तो पहला को फैक्टर फाइंड आउट करांगे।
कोफैक्टर फाइंड आउट करांगे। कोफैक्टर ऑफ A11 इस दे अकॉर्डिंग इस रो तो इस कॉलम का कोई एलीमेंट नहीं लिखना, सिर्फ इसका डिटरमीनेंट 3 0 5 1 का डिटरमीनेंट कितना जो है 3 - 0 विच इज़ 3। ओके नैक्सट 1 2 के अकॉर्डिंग इस कॉलम तो इस रो का कोई एलीमेंट नहीं लिखना, रिमेनिंग एलीमेंट का डिटरमीनेंट 2 2 5 1। ओके ਅਸੀਂ इसका डिटरमीनेंट लिख रहे हैं तो इतने की बन रहा 1 + 2 3, इस अगे माइनस का साइन आ जाऊ -2 - 10 2 - 10 which is -8, it means only 8। okay now 1 3 ਦਾ डिटरमीनेंट कोफैक्टर 1 3 ਦਾ कोफैक्टर ਤਾਂ ਇਸ एलीमेंट ਦੇ अकॉर्डिंग इस रो ਤੇ इस कॉलम का कोई एलीमेंट नहीं लिखना, रिमेनिंग ਦਾ डिटरमीनेंट। ओके ਤਾਂ ਇੱਥੇ 1 + 3 4 ਬਣਦਾ ਮੀਨਸ ਈਵਨ ਨੰਬਰ ਆ, ਤਾਂ -1 ਦੀ ਪਾਵਰ ਈਵਨ ਨੰਬਰ ਇਟ ਮੀਨਸ ਪੋਜ਼ਿਟਿਵ। ਓਕੇ 2 × 0 0 3 × 2 6 तो 0 - 6 -6 then 2 1 इज ਤਾਂ इस एलीमेंट के अकॉर्डिंग इस रो तो इस कॉलम का कोई एलीमेंट नहीं लिखना, रिमेनिंग एलीमेंट का डिटरमीनेंट 1 2 0 1 ये आ जाऊगा 1 × 1 1 माइनस 0 × 2 0 1 - 0 1। हम चेक करो 2 + 1 3 -1 की पावर 3 it means minus -1। okay now A22 ਦੇ ਅਕॉर्डिंग ਅਸੀਂ ਲਿਖ ਲਾਂਗੇ ਕਿਹੜੇ ਐਲੀਮੈਂਟ ਆਣਗੇ ਸਾਡੇ ਕੋਲੇ 1 2 2 1। ਓਕੇ ਤਾਂ ਇਸ ਐਲੀਮੈਂਟ ਦੇ ਅਕॉर्डिंग ਇਸ ਕਾਲਮ ਦੀ ਇਸ ਰੋ ਦਾ ਅਸੀਂ ਕੋਈ ਐਲੀਮੈਂਟ ਨਹੀਂ ਲਿਖਿਆ, ਜਸਟ ਰਿਮੇਨਿੰਗ ਐਲੀਮੈਂਟ ਲਿਖ ਲਏ। ਦੈਨ ਇਸ ਦਾ ਕੀ ਫਾਈਂਡ ਆਊਟ ਕਰ ਰਹੇ ਹਾਂ डिटरमिनेंट 1 - 1 × 1 -2 × 2 4 1 - 4 -3। ओके एंड A23 के अकॉर्डिंग साढ़े को एलीमेंट आ जाएंगे 1 2 1 0। इसका डिटरमीनेंट करांगे 0 - 2 विच इज़ -2। चेक करते हैं असी 2 + 3 5 -1 रेज़ टू पावर 5 इट मीनस माइनस +2। ओके नैक्सट A31 के अकॉर्डिंग एलीमेंट साढ़े को आउणगे 1 3 2 5। इसका डिटरमीनेंट करांगे 5 - 6 विच इज़ -1। ओके नैक्सट A32 के अकॉर्डिंग एलीमेंट साढ़े को आउणगे 1 2 2 5। इसका डिटरमीनेंट करोगे 5 - 4 विच इज़ 1। ओके नैक्सट लास्ट वन 3 के अकॉर्डिंग ओके इत्थे एक चीज़ होर चेक करो 3 2 आ 3 2 ਨੂੰ ਜਦੋਂ ਅਸੀਂ ਐਡ ਕਰਦੇ ਹਾਂ 3 ਤੇ 2 ਨੂੰ 5 ਹੁੰਦਾ -1 रेज़ टू पावर 5 इट मीनस माइनस। ओके तो इत्थे की आना सी -1। ओके ये ध्यान रखना इस स्टैप का। A33 के अकॉर्डिंग देखते हैं हम असी इस रो तो कॉलम का कोई एलीमेंट नहीं, सिर्फ लिखांगे 1 2 ते 1 3 इसका डिटरमीनेंट 3 - 2 विच इज़ 1। ओके नाउ असी फाइंड आउट करते हैं एडजॉइंट ऑफ ए की सी A11 A12 A13 A21 A22 A23 A31 A32 A33 इसका ट्रांसपोज। ओके तो सब तो पहले असी वैल्यूज पुट कर लेने A11 की वैल्यू 3 A12 की वैल्यू 8 एंड A13 की वैल्यू -6 -1 -3 2 -1 एंड 1। ओके इसका ट्रांसपोज जो अभी इसका ट्रांसपोज लेने की आजू 3 8 -6 -1 -3 2 -1 -1 1 ये तुहाडे कोल इसका आंसर है। ओके नैक्सट सम प्रॉपर्टीज़ ने एडजॉइंट दियाँ। फस्ट प्रॉपर्टी की है साडे कोल जदों असी एडजॉइंट किसी मैट्रिक्स का एडजॉइंट फाइंड आउट करते हैं दैन असी उसका ट्रांसपोज लै दें तो कि इक्वल होगा जेकर असी उस मैट्रिक्स का पहला ही ट्रांसपोज लै दिए दैन उसका एडजॉइंट फाइंड आउट करिए वो चीज़ सेम है। ओके मतलब चाहे तो पहला एडजॉइंट ए फाइंड आउट कर लो उस मैट्रिक्स का ट्रांसपोज बाद च लै जाओ जहाँ किसी डिटरमिनेंट ऑफ ए मैट्रिक्स n-1 है। n की है ऑर्डर ऑफ मैट्रिक्स ठीक है
ਜਿਹੜਾ ਆਰਡਰ ਹੋਊਗਾ ਉਸ ਨੂੰ ਉਸ ਦੇ ਵਿੱਚੋਂ 1 ਨੂੰ ਕੀ ਕਰ ਦੇਣਾ, ਮਾਈਨਸ ਕਰ ਦੇਣਾ। ਠੀਕ ਹੈ, ਤਾਂ ਐਡਜੁਆਇੰਟ A ਦਾ ਡਿਟਰਮੀਨੈਂਟ ਕੀ ਹੋਊਗਾ, A ਮੈਟ੍ਰਿਕਸ ਦਾ ਡਿਟਰਮੀਨੈਂਟ ਰੇਜ਼ ਟੂ ਪਾਵਰ n-1। ਜਿਵੇਂ ਮੈਂ ਇੱਥੇ ਇੱਕ ਐਗਜ਼ਾਮਪਲ ਵੀ ਲਿਖੀ ਆ, ਕੋਈ ਮੈਟ੍ਰਿਕਸ ਤੁਹਾਡੇ ਕੋਲ 3x3 ਆਰਡਰ ਦੀ ਆ, ਤਾਂ ਇਸ ਦਾ ਐਡਜੁਆਇੰਟ A ਦਾ ਡਿਟਰਮੀਨੈਂਟ ਕਿਹਦੀ ਇਕੁਅਲ ਹੋਊਗਾ, ਡਿਟਰਮੀਨੈਂਟ ਆਫ ਮੈਟ੍ਰਿਕਸ A। ਤਾਂ ਅਸੀਂ ਆਰਡਰ ਕੀ ਆ 3x3 ਆ, ਇੱਥੇ n×n ਆ, ਤਾਂ n ਕੀ ਹੋਗੀ ਤੁਹਾਡੇ ਕੋਲ 3 ਹੋਗੀ, ਤਾਂ 3 - 1 2, ਤਾਂ A ਦੇ ਡਿਟਰਮੀਨੈਂਟ ਦਾ ਸਕੁਅਰ ਕਿਹਦੀ ਇਕੁਅਲ ਹੋਊਗਾ, ਐਡਜੁਆਇੰਟ ਆਫ A ਮੈਟ੍ਰਿਕਸ ਦਾ ਡਿਟਰਮੀਨੈਂਟ। ਅੰਡਰਸਟੈਂਡ। ਐਂਡ ਥਰਡ ਪ੍ਰੋਪਰਟੀ ਕੀ ਆ, ਜੇਕਰ ਅਸੀਂ ਐਡਜੁਆਇੰਟ A ਨੂੰ ਐਡਜੁਆਇੰਟ A ਦੇ ਡਿਟਰਮੀਨੈਂਟ ਨਾਲ ਮਲਟੀਪਲਾਈ ਕਰ ਦਈਏ, ਜੇਕਰ ਅਸੀਂ ਐਡਜੁਆਇੰਟ ਨੂੰ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਐਡਜੁਆਇੰਟ A ਫਾਈਂਡ ਆਊਟ ਕੀਤਾ, ਓਕੇ, ਐਡਜੁਆਇੰਟ A ਫਾਈਂਡ ਆਊਟ ਕੀਤਾ, ਦੈਨ ਉਸ ਦਾ ਐਡਜੁਆਇੰਟ A ਫਾਈਂਡ ਆਊਟ ਕਰ ਰਹੇ ਹਾਂ, ਤਾਂ ਕਿਸ ਦੀ ਇਕੁਅਲ ਹੋਊਗਾ, ਉਹ ਕਿਸ ਦੀ ਇਕੁਅਲ ਹੋਊਗਾ, A ਦਾ ਡਿਟਰਮੀਨੈਂਟ n-2, n ਕੀ ਹੈ ਤੁਹਾਡੇ ਕੋਲ ਆਰਡਰ ਆ, ਆਰਡਰ 'ਚੋਂ 2 ਮਾਈਨਸ ਕਰ ਦਾਂਗੇ, ਦੈਨ ਉਸ ਨੂੰ A ਮੈਟ੍ਰਿਕਸ ਦੇ ਨਾਲ ਮਲਟੀਪਲਾਈ ਕਰ ਦਾਂਗੇ। ਦੁਬਾਰਾ ਰਿਪੀਟ ਕਰਦਾ, ਪਹਿਲਾਂ ਅਸੀਂ ਐਡਜੁਆਇੰਟ A ਫਾਈਂਡ ਆਊਟ ਕੀਤਾ, ਉਸ ਦਾ ਅਗੇਨ ਐਡਜੁਆਇੰਟ A ਫਾਈਂਡ ਆਊਟ ਕਰਨਾ, ਤਾਂ ਕੀ ਕਰਾਂਗੇ ਅਸੀਂ, A ਮੈਟ੍ਰਿਕਸ ਦੇ ਡਿਟਰਮੀਨੈਂਟ ਦੀ ਪਾਵਰ ਕੀ ਲਿਖ ਦਾਂਗੇ, n-2। n ਕਿਹਨੂੰ ਡਿਨੋਟ ਕਰਦੀ ਆ, ਆਰਡਰ ਆਫ ਮੈਟ੍ਰਿਕਸ ਐਂਡ ਇਨਟੂ A ਮੈਟ੍ਰਿਕਸ। ਠੀਕ ਹੈ, ਇਹ ਤੁਹਾਡੇ ਕੋਲ ਪ੍ਰੋਪਰਟੀ ਹੋਗੀ ਥਰਡ। ਦੈਨ ਫੋਰਥ ਪ੍ਰੋਪਰਟੀ ਇਜ਼ ਕੀ ਹੈ, ਜੇਕਰ ਅਸੀਂ A ਮੈਟ੍ਰਿਕਸ ਨੂੰ ਐਡਜੁਆਇੰਟ ਆਫ A ਮੈਟ੍ਰਿਕਸ ਨਾਲ ਮਲਟੀਪਲਾਈ ਕਰਦੇ ਹਾਂ, ਜਾਂ ਐਡਜੁਆਇੰਟ A ਨੂੰ A ਮੈਟ੍ਰਿਕਸ ਨਾਲ ਮਲਟੀਪਲਾਈ ਕਰਦੇ ਹਾਂ, ਤਾਂ ਉਹ ਕਿਸ ਦੀ ਇਕੁਅਲ ਆ ਜਾਂਦਾ, A ਮੈਟ੍ਰਿਕਸ ਦਾ ਡਿਟਰਮੀਨੈਂਟ ਇਨਟੂ ਆਇਡੈਂਟੀਟੀ ਮੈਟ੍ਰਿਕਸ। ਆਇਡੈਂਟੀਟੀ ਮੈਟ੍ਰਿਕਸ ਨੂੰ ਉਸ ਇੱਦਾਂ ਆ ਜੂ A0 0 0, ਇਹ ਡਿਟਰਮੀਨੈਂਟ ਜੋ ਵੀ ਤੁਹਾਡਾ ਆਊਗਾ ਉਸ ਨੂੰ ਅਸੀਂ ਡਾਇਗਨਲ ਐਲੀਮੈਂਟ ਦੀ ਥਾਂ 'ਤੇ ਲਿਖ ਦਾਂਗੇ।